ਸਤਿਕਾਰਯੋਗ ਸਾਥੀਓ, ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਕਹਿ ਰਹੇ ਨੇ ਵੀ ਅਸੀਂ ਪਹਿਲ ਦੀ ਸੀਟ ਬੜੀ ਜੱਦੋ ਜਹਿਦ ਨਾਲ ਲਈ ਆ। ਸੁਣੋ ਉਹਨਾਂ ਦੇ ਵਿਚਾਰ, ਉਸ ਤੋਂ ਬਾਅਦ ਆਪਾਂ ਅਗਲੀ ਗੱਲ ਕਰਦੇ ਹਾਂ। ਅਕਾਲੀ ਦਲ ਦੇ ਗੱਠਜੋੜ ਦੇ ਤਹਿਤ ਇਹ ਸੀਟ ਬੜੀ ਜੱਦੋ ਜਹਿਦ ਦੇ ਨਾਲ ਪਾਰਟੀ ਨੇ ਲਈ ਆ ਔਰ ਅਕਾਲੀ ਦਲ ਦੇ ਗੱਠਜੋੜ ਦੇ ਤਹਿਤ ਇਹ ਸੀਟ ਬੜੀ ਜੱਦੋ ਜਹਿਦ ਦੇ ਨਾਲ ਪਾਰਟੀ ਨੇ ਲਈ ਆ ਔਰ ਕਿਉਂ ਜਹਿਦ ਦੇ ਨਾਲ ਇਹ ਸੀਟ ਜਿਹੜੀ ਆ ਉਹ ਅਸੀਂ ਪ੍ਰਾਪਤ ਕੀਤੀ। ਉਹਦੇ ਲਈ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਵਰਕਰ, ਸਮਰਥਕ ਔਰ ਲੀਡਰਸ਼ਿਪ ਸਾਹਿਬਾਨ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਪਾਇਲ ਵਿਧਾਨ ਸਭਾ ਦੇ ਵਿੱਚ ਲੱਗੀ ਆ, ਉਹਦੇ ਲਈ ਵੀ ਮੈਂ ਮਾਨਯੋਗ ਜਥੇਦਾਰ ਸਾਹਿਬ ਮਾਜਰਾ ਜੀ, ਮੈਂ ਇਹਨਾਂ ਨਾਲ ਬੇਨਤੀ ਕਰਦਾ ਸੀਗਾ ਕਿ ਮੋਤੀ ਬਹੁਤ ਨੇ ਪਾਇਲ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਕੋਲ ਮੋਤੀ ਬਹੁਤ ਨੇ, ਤੁਸੀਂ ਧਾਗਾ ਬਣ ਜਾਓ ਔਰ ਇਹ ਮਾਲਾ ਅਗਲੇ ਜਿੱਦਾਂ ਅੱਜ ਤੁਸੀਂ ਮੈਨੂੰ ਮਾਲਾ ਦਿਖਾਈ ਆ, ਇਹ ਮਾਲਾ ਅਗਲੇ ਪ੍ਰੋਗਰਾਮ 'ਚ ਇਹ ਮਾਲਾ ਜਿਹੜੀ ਆ ਮੈਂ ਅੱਜ ਮੇਰੀ ਤਸੱਲੀ ਨਹੀਂ ਹੋਈ ਇਸ ਪ੍ਰੋਗਰਾਮ, ਅਗਲੀ ਤਸੱਲੀ ਲਈ ਮੇਰੇ ਕੋਲ ਇੱਕ ਦਿਨ ਦਾ ਵੀ ਸਮਾਂ, ਕਿਉਂਕਿ 117 ਵਿਧਾਨ ਸਭਾਵਾਂ ਆ। ਸਾਥੀਓ, ਤੁਸੀਂ ਇੱਕ ਕਲਿੱਪ ਸੁਣੀ ਜਿਸ ਵਿੱਚ ਜਸਵੀਰ ਸਿੰਘ ਗੜੀ ਜੋ ਬਸਪਾ ਦਾ ਪ੍ਰਧਾਨ ਹੈ, ਉਹ ਇਹ ਗੱਲ ਕਹਿ ਰਿਹਾ ਵੀ ਜਿਹੜੀ ਪਹਿਲ ਵਿਧਾਨ ਸਭਾ ਦੀ ਸੀਟ ਹੈ ਅਸੀਂ ਬੜੀ ਜੱਦੋ ਜਹਿਦ ਦੇ ਨਾਲ ਲਈ ਹੈ, ਮਤਲਬ ਪੂਰਾ ਅੜ ਕੇ ਲਈ ਹੈ। ਅਤੇ ਦੂਜੇ ਪਾਸੇ ਤੁਸੀਂ ਦੇਖੋ ਦੁਆਬੇ ਦੇ ਲੋਕ ਰੌਲਾ ਪਾ ਰਹੇ ਨੇ, ਜਿਹੜੀ ਫਲੋਰ ਸੀਟ ਹੈ ਸਾਡੀ ਬਸਪਾ ਦੀ, ਜਿੱਥੋਂ ਬਸਪਾ ਦਾ ਬੂਟਾ ਲੱਗਿਆ, ਪਹਿਲਾ MP ਪਹਿਲਾ MLA ਉੱਥੋਂ ਬਣੇ, ਜਾਂ ਦੁਆਬੇ ਦੀਆਂ ਉਹ ਸੀਟਾਂ 20 ਤੋਂ 30 ਸੀਟਾਂ ਜਿੱਥੇ ਪਿਛਲੀ ਵਾਰ ਇੰਨੀ ਫਾਈਟ ਹੋਈ, 1000 ਵੋਟਾਂ ਤੋਂ ਘੱਟ ਮਾਰਜਨ ਦੇ ਨਾਲ ਕਈ ਸੀਟਾਂ 'ਤੇ ਹਾਰੇ। ਲੋਕ ਸਭਾ ਦੇ ਵਿੱਚ ਕਈ ਸੀਟਾਂ ਜਿਵੇਂ ਬੰਗਾ ਜਾਂ ਹੋਰ ਉੱਥੋਂ ਲੀਡ ਰਹੀ, ਉਹ ਸੀਟਾਂ ਲੈਣ ਦੀ ਬਜਾਏ ਇਹਨਾਂ ਸੀਟਾਂ ਉੱਪਰ ਗੜੀ ਸਾਹਿਬ ਨੇ ਜ਼ੋਰ ਕਿਉਂ ਦਿੱਤਾ? ਰੀਜਨ ਜੋ ਮੈਂ ਪਹਿਲ ਵਿਧਾਨ ਸਭਾ ਦੇ ਵਿੱਚ ਲੰਬੇ ਟਾਈਮ ਤੋਂ BSP ਲਈ ਵੀ ਕੰਮ ਕੀਤਾ, ਜੋ ਦੋ ਗੱਲਾਂ ਜੋ ਮੈਂ ਤੁਹਾਨੂੰ ਦੱਸਣੀਆਂ ਚਾਹੁੰਦਾ, ਸ਼ਾਇਦ ਆਪਣੇ ਆਪਣੇ ਤੁਹਾਡੇ ਵਿਚਾਰ ਹੋਣਗੇ, ਸ਼ਾਇਦ ਤੁਸੀਂ ਸਹਿਮਤ ਹੋਵੋ ਨਾ ਹੋਵੋ। ਪਹਿਲਾ ਵਿਚਾਰ ਇਹ ਹੈ ਵੀ ਗੜੀ ਸਾਹਿਬ ਬੜਾ ਜ਼ੋਰ ਪਾਇਆ। ਮੇਰਾ ਗੜੀ ਸਾਹਿਬ ਨੂੰ ਸਵਾਲ ਹੈ ਵੀ ਤੁਸੀਂ ਪਹਿਲ ਦੀ ਸੀਟ ਲਈ ਇੰਨਾ ਜ਼ੋਰ ਕਿਉਂ ਪਾਇਆ? ਕਿ ਇੱਥੇ ਸਾਡਾ ਹੀ ਬਹੁਤ ਵੋਟਾਂ ਪਈਆਂ ਨੇ, ਸਾਨੂੰ 50,000 60,000 ਵੋਟ ਪਈ ਹੈ, 40,000 ਮਹਿਜ 600 ਵੋਟ 2017 ਦੀ ਵਿਧਾਨ ਸਭਾ ਦੇ ਵਿੱਚ ਪਈ ਹੈ ਔਰ ਅਕਾਲੀ ਦਲ ਨੂੰ ਪਈ ਸੀ 32,000। ਜਿਹੜਾ ਤੁਸੀਂ ਉਮੀਦਵਾਰ ਦਿੱਤਾ ਉਹਨੂੰ ਲੋਕ ਹੁਣ ਸਾਲ ਕੁ ਤੋਂ ਵਿਚਰਨ ਲੱਗਿਆ, ਹੁਣ ਉਹਨੂੰ ਜਾਣਨ ਲੱਗੇ ਨੇ। ਮੈਂ ਤੁਹਾਨੂੰ ਗੜੀ ਸਾਹਿਬ, ਮੇਰਾ ਸਵਾਲ ਹੈ ਵੀ ਉਹਦਾ ਐਡਾ ਕਿੱਡਾ ਕੱਦ ਸੀ, ਉਹਨੇ ਪਹਿਲ ਹਲਕੇ ਲਈ ਕਿਹੜੀ ਮੂਵਮੈਂਟ ਚਲਾਈ ਹੈ, ਪਹਿਲ ਹਲਕੇ 'ਚ ਕਿਹੜਾ ਕੰਮ ਕੀਤਾ ਵੀ ਤੁਸੀਂ ਇੰਨਾ ਜ਼ੋਰ ਪਾਇਆ ਕਿ ਤੁਸੀਂ ਇਹ ਪਹਿਲ ਦੀ ਟਿਕਟ ਲਈ? ਕਿਉਂਕਿ ਮੈਂ ਤੁਹਾਡਾ ਇਤਿਹਾਸ ਦੇਖ ਰਿਹਾ, 2012 'ਚ ਵੀ ਪਹਿਲ ਦੀ ਟਿਕਟ ਵਿਕੀ ਅਕਾਲੀ ਦਲ ਨੂੰ ਜਿਤਾਉਣ ਦੇ ਲਈ। ਸਾਨੂੰ ਪਤਾ, ਅਸੀਂ ਪੁਤਲੇ ਵੀ ਫੂਕੇ ਸੀਗੇ ਤੁਹਾਡੇ, ਜਿਹੜੇ ਵਿਕੇ ਸੀ ਲੋਕ ਇੱਥੇ ਪਹਿਲ ਹਲਕੇ ਦੇ ਘਰਾਂ ਦੇ ਮੂਹਰੇ ਜਾ ਕੇ ਅਸੀਂ ਪੁਤਲੇ ਫੂਕੇ ਸੀ ਉਹਨਾਂ ਦੇ। 2017 ਦੇ ਵਿੱਚ ਤੁਸੀਂ ਜੋ ਕਰਤੂਤ ਕੀਤੀ ਹੈ, ਜਿਹੜਾ ਤੁਸੀਂ ਉਮੀਦਵਾਰ ਖੜ੍ਹਾ ਕੀਤਾ ਜਗਦੀਪ ਸਿੰਘ ਸਿਰਥਲਾ, ਉਹ ਨੋਮੀਨੇਸ਼ਨ ਤੋਂ 7 ਦਿਨ ਪਹਿਲਾਂ ਹੀ ਅਕਾਲੀ ਦਲ ਕਾਂਗਰਸ ਦੀ ਝੋਲੀ 'ਚ ਜਾ ਬੈਠਿਆ ਸੀ। ਇਸ ਦਾ ਮਤਲਬ ਇਹ ਹੈ ਵੀ ਤੁਸੀਂ ਜਿਹੜੀ ਇਹ ਸੀਟ ਹੈ ਇਹਦੇ ਉੱਤੇ ਕਿਸ ਤਰ੍ਹਾਂ ਦਾ ਤੁਸੀਂ ਇਹਦੇ ਸਮੀਕਰਨ ਬਣਾਏ ਨੇ, ਆਰਥਿਕ ਤੌਰ 'ਤੇ, ਪੈਸੇ ਦੇ ਤੌਰ 'ਤੇ ਤੁਸੀਂ ਕੀ ਕਰਿਆ, ਇਹ ਤੁਸੀਂ ਜਾਣਦੇ ਹੋ ਜਾਂ ਜਿਹੜੇ ਉਮੀਦਵਾਰ ਨੂੰ ਦਿੱਤੀ ਹੈ। ਕਿਉਂਕਿ ਬਹੁਜਨ ਸਮਾਜ ਪਾਰਟੀ ਦਾ ਹੁਣ ਤੁਸੀਂ ਵਿਚਰ ਕੇ ਜੋ ਤੁਸੀਂ 1 ਸਾਲ ਤੋਂ ਕਹਿ ਰਹੇ ਹੋ ਵੀ ਅਸੀਂ ਇੱਥੇ ਉਮੀਦਵਾਰ ਦਿੱਤਾ ਜ਼ੋਰ ਦੇ ਨਾਲ, ਇਹਦਾ ਦੂਸਰਾ ਕਾਰਨ ਇਹ ਹੈ ਕਿ ਤੁਸੀਂ ਜਿਹੜਾ ਸਮਝੌਤਾ ਕੀਤਾ ਉਹਦਾ ਮਕਸਦ ਇੱਕੋ ਇੱਕ ਆ ਵੀ ਅੰਬੇਡਕਰੀ ਵਿਚਾਰਧਾਰਾ ਨੂੰ ਖਤਮ ਕਿਵੇਂ ਕਰਨਾ। ਜੇ ਤੁਸੀਂ ਅੰਬੇਡਕਰ ਵਿਚਾਰਧਾਰਾ ਕਾਂਸ਼ੀ ਰਾਮ ਦੇ ਪੈਰੋਕਾਰ ਹੁੰਦੇ, ਤੁਸੀਂ ਉਹ 30-35 ਸੀਟਾਂ ਲੈਂਦੇ ਜਿੱਥੇ ਸਾਨੂੰ 35-35 40,000 ਵੋਟਾਂ ਮਿਲੀਆਂ ਨੇ। ਤੁਹਾਡਾ ਇੱਕੋ ਇੱਕ ਮਕਸਦ ਆ। ਹੁਣ ਪਹਿਲ ਹਲਕੇ 'ਚ ਅੰਬੇਡਕਰਵਾਦ ਦੀ ਬਹੁਤ ਵੱਡੀ ਗੱਲ ਸਾਡੀ ਜਥੇਬੰਦੀ ਨੇ ਚਲਾਈ ਹੋਈ ਹੈ।
ਹੁਣ ਤੁਹਾਡਾ ਮਕਸਦ ਇਹੀ ਹੈ ਵੀ ਅੰਬੇਡਕਰਵਾਦ ਨੂੰ ਕਿਸ ਤਰ੍ਹਾਂ ਖਤਮ ਕਰਨਾ, ਉਹ ਤੁਸੀਂ ਲੱਗੇ ਹੋਏ ਹੋ। ਤੀਸਰਾ ਵੱਡਾ ਕਾਰਨ ਇਹ ਹੈ ਵੀ ਬਾਦਲ ਪਰਿਵਾਰ, ਇਹ ਤਾਂ ਕੋਈ ਬਹਾਨਾ ਮਾਰਤਾ ਜੀ, ਇਹ ਛੋਟੇ ਬਹਾਨੇ ਨੇ ਵੀ ਅਸੀਂ ਅੜਕੇ ਲਈ ਉਹ ਲਈ। ਜਿਹੜਾ ਸਭ ਤੋਂ ਵੱਡਾ ਰੀਜ਼ਨ ਹੈ ਵੀ ਬਾਦਲ ਪਰਿਵਾਰ ਕਦੇ ਵੀ ਕੋਟਲੀ ਪਰਿਵਾਰ ਦੇ ਅਗੇਂਸਟ ਸਟਰੋਂਗ ਕੈਂਡੀਡੇਟ ਕਦੇ ਵੀ ਨਹੀਂ ਖੜਾ ਕਰਦਾ। ਪੈਲ ਦੇ ਲੋਕ ਹਰ ਇੱਕ ਬੱਚਾ ਇਸ ਗੱਲ ਨਾਲ ਸਹਿਮਤ ਹੋਊਗਾ, ਜਾਂ ਜਿਹੜੇ ਪੁਰਾਣੇ ਬਜ਼ੁਰਗ ਨੇ ਇਸ ਗੱਲ ਲਈ ਸਹਿਮਤ ਨੇ, ਮੈਂ ਉਹਨਾਂ ਨਾਲ ਗੱਲ ਵੀ ਕਰਦਾ, ਉਹਨਾਂ ਨੇ ਮੈਨੂੰ ਦੱਸਿਆ ਵੀ ਬਾਦਲ ਸਾਹਿਬ ਨੂੰ ਪਹਿਲੀ ਵਾਰ ਅਗਰ ਮੁੱਖ ਮੰਤਰੀ ਬਣਾਇਆ ਤਾਂ ਸਰਦਾਰ ਬਿਆਨ ਸਿੰਘ ਦੀ ਬਦੌਲਤ ਬਣੇ ਨੇ। ਤਾਂ ਉਹ ਬਦਲਾ ਕੋਟਲੀ ਪਰਿਵਾਰ ਦਾ ਬਾਦਲ ਪਰਿਵਾਰ ਜਿਤਾ ਰਿਹਾ। ਕੋਟਲੀ ਪਰਿਵਾਰ ਦੇ ਚਾਹੇ ਖੰਨੇ ਦੇਖ ਲਿਓ ਚਾਹੇ ਪੈਲ ਦੇਖ ਲਿਓ, ਕੋਈ ਵੀ ਮਜ਼ਬੂਤ ਕੈਂਡੀਡੇਟ ਬਾਦਲ ਪਰਿਵਾਰ ਨਹੀਂ ਦਿੰਦਾ। ਸੋ ਸਾਥੀਓ, ਜਿਹੜੇ ਗੜੀ ਸਾਹਿਬ ਕਹਿ ਰਹੇ ਨੇ ਵੀ ਅਸੀਂ ਬੜਾ ਜ਼ੋਰ ਪਾਇਆ ਪੈਲ ਦੀ ਸੀਟ 'ਤੇ, ਉਹ ਜ਼ੋਰ ਇੱਕ ਤਾਂ ਵਰਕਰਾਂ ਨੂੰ ਬੇਵਕੂਫ ਬਣਾਇਆ, ਦੂਜਾ ਪੈਸੇ ਵਾਲਾ ਕੈਂਡੀਡੇਟ ਆ, ਪੈਸਾ ਕੀ ਕਰਿਆ, ਹੁੱਕ ਐਂਡ ਕਰੁੱਕ ਕਰੀ। ਤੀਸਰਾ ਬਾਦਲ ਸਾਹਿਬ ਦਾ ਜਿਹੜਾ ਬਿਲਕੁਲ ਉਹ ਏਜੰਡਾ ਕਲੀਅਰ ਹੋ ਗਿਆ ਵੀ ਕੋਟਲੀ ਪਰਿਵਾਰ ਦਾ ਕੋਈ ਵੀ ਗੁਰਗਾ ਜਾਂ ਕੋਟਲੀ ਪਰਿਵਾਰ ਨੂੰ ਮੈਂ ਹਰ ਨਹੀਂ ਦੇਣਾ, ਉਹ ਤੀਸਰਾ ਕੈਂਡੀਡੇਟ ਕਮਜ਼ੋਰ ਦਿੱਤਾ। ਜੇ ਬਾਦਲ ਸਾਹਿਬ ਇਮਾਨਦਾਰ ਹੁੰਦੇ ਜਾਂ ਅਕਾਲੀ ਦਲ ਦੇ ਵਰਕਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਤਾਂ ਇੱਥੇ ਤਾਂ 32,000 ਵੋਟ ਮਿਲੀ ਹੈ, ਤਾਂ ਪੈਲ ਦੇ ਵਿੱਚ ਕਿੰਨੇ ਲੋਕ ਨੇ SC ST OBC ਦੇ ਵੀ ਜਿਨ੍ਹਾਂ ਨੂੰ ਟਿਕਟ ਦੇ ਕੇ ਨਵਾਜਿਆ ਜਾ ਸਕਦਾ ਸੀ। ਨਹੀਂ, ਬਾਦਲ ਸਾਹਿਬ ਨੇ ਇਹਨਾਂ ਸੀਟਾਂ ਉੱਪਰ ਕੋਈ ਵੀ ਸਟਰੋਂਗ SC ਲੀਡਰ ਪੈਦਾ ਨਹੀਂ ਹੋਣ ਦੇਣਾ, ਕਿਉਂਕਿ ਉਹ ਬਿਆਨ ਸਿੰਘ ਦੇ ਕੀਤੇ ਹੋਏ ਅਹਿਸਾਨਾਂ ਨੂੰ ਬਾਰ-ਬਾਰ ਚੁਕਾ ਰਹੇ ਨੇ। ਸੋ ਪੈਲ ਨਿਵਾਸੀਆਂ ਨੂੰ ਵੀ ਸੋਚਣਾ ਹੋਊਗਾ ਵੀ ਇਹ ਜਿਹੜੇ ਅਕਾਲੀ ਕਾਂਗਰਸ ਦਾ ਰਲੇਵਾਂ ਮੈਚ ਆ, ਵੀ ਹਰ ਵਾਰੀ ਹੀ ਕਾਂਗਰਸ ਨੂੰ ਇੱਥੋਂ ਜਿਤਾਉਣਾ। ਅਕਾਲੀ ਵਰਕਰ ਪਿਛਲੀ ਵਾਰ ਵੀ ਵੋਟਾਂ ਕਾਂਗਰਸ ਨੂੰ ਪਾਉਂਦੇ ਰਹੇ, ਤਾਂ ਇਸ ਵਾਰ ਸੋਚਣਾ ਹੋਊਗਾ ਵੀ ਤੁਹਾਨੂੰ ਇਹ ਬੇਵਕੂਫ ਬਣਾ ਕੇ ਵੋਟਾਂ ਲਿਜਾ ਕੇ ਅੱਜ ਤੁਹਾਡੇ ਹੀ ਖਿਲਾਫ ਕਾਨੂੰਨ ਬਣਾਏ ਹੋਏ ਨੇ। ਜਿਹੜੀ ਤੁਹਾਡੀ ਪ੍ਰਭੂ ਭਗਤੀ ਆ ਅਕਾਲੀ ਕਾਂਗਰਸ ਦੀ, ਇਹ ਤੁਹਾਡੇ ਲਈ ਤਾਂ ਘਾਤਕ ਹੈ ਹੀ ਹੈ, ਸਮਾਜ ਲਈ ਵੀ ਘਾਤਕ ਹੋਣੀ ਹੈ। ਸੋ 2022 ਦੇ ਵਿੱਚ ਇਸ ਵਾਰ ਇਹਨਾਂ ਦਾ ਭਰਮ ਤੋੜ ਦਿਓ ਵੀ ਅਸੀਂ ਕਮਜ਼ੋਰ ਕੈਂਡੀਡੇਟ ਦੇ ਕੇ ਕੋਟਲੀ ਪਰਿਵਾਰ ਨੂੰ ਜਿਤਾਵਾਂਗੇ। ਇਸ ਵਾਰ ਮੈਦਾਨ ਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਕੁੱਦੂ, ਅਸੀਂ ਵੀ ਮੈਦਾਨ 'ਚ ਕੁੱਦਾਂਗੇ ਇਹਨਾਂ ਨੂੰ ਲੋਕਾਂ ਵਿੱਚ ਨੰਗਾ ਕਰਨ ਦੇ ਲਈ। ਬਹੁਤ ਧੰਨਵਾਦ। ਜੈ ਭੀਮ, ਜੈ ਭਾਰਤ।